फिर पढ़ांगे वचन तमोथियस वाला, दूजा तमोथियस 3:12। हाँ, सभे जिन्ने मसीह यीशु विच भगती नाल उमर कटनी चाहुंदे हन सो सताए जाणगे। जिन्ने यीशु मसीह दे पिछे भगती दे नाल अच्छे तरीके दे नाल चलना चाहुंदे ने, वो सारे सताए जाणगे। किन्ने जाणिਆਂ ਨੂੰ ਇਹ वचन ਵਧੀਆ ਲੱਗਿਆ? ਕਿੰਨਿਆਂ ਨੂੰ ਲੱਗਿਆ? सच्ची हथ खड़े करो। परमेश्वर कह रहे आ, परमेश्वर कह रहे कि अगर तुसी मेरे मगर उस तरह चलोगे जिस तरह मैं चाहना कि तुसी चलो, तो फिर तुसी सताए जाओगे। ਇਹਦਾ मतलब ਇਹ नहीं है कि तुसी दुखां दे विच रहोगे। ਇਹਦਾ मतलब ਇਹ नहीं है कि ਤੁਹਾਡੇ ਉੱਤੇ 24 घंटे हालात ਰਹਿਣਗੇ। ਅਸੀਂ दूसरा वचन पढ़िया कि सारा संसार उस शैतान दे वस दे विच आ, पर ਅਸੀਂ छुड़ाए गए आ। बाइबल दसदी हुण ਸਾਡੇ ਉੱਤੇ ਜਿਹੜਾ ਸਤਾ ਆਏਗਾ, ਸਾਡੇ ਉੱਤੇ ਜਿਹੜੀ ਪ੍ਰੀਖਿਆ ਆਏਗੀ, ਉਹ ਪਰਮੇਸ਼ਰ ਦੇ ਵੱਲੋਂ ਹੋਏਗੀ। ਔਰ ਉਹ ਕਾਦੇ ਵਾਸਤੇ ਹੋਏਗੀ? ਸਾਨੂੰ ਉੱਚਾ ਕਰਨ ਵਾਸਤੇ, ਸਾਨੂੰ ਅੱਗੇ ਲੈ ਕੇ ਜਾਣ ਵਾਸਤੇ। ਅਸੀਂ ਅਗਰ ਅੱਜ ਪਰਮੇਸ਼ਰ ਦੇ ਪਿੱਛੇ ਅੱਛੇ ਤਰੀਕੇ ਦੇ ਨਾਲ ਚੱਲ ਰਹੇ ਹਾਂ, ਪ੍ਰਾਰਥਨਾ ਦੇ ਵਿੱਚ ਆ, ਵਚਨ ਚ ਆ, ਬੀਜ ਬੋਨ ਦੇ ਵਿੱਚ ਪ੍ਰੋਪਰ ਪਰਮੇਸ਼ਰ ਦੇ ਨਾਲ ਆ, ਪਰਮੇਸ਼ਰ ਦੀ ਸੇਵਾ ਚ ਆ, अच्छे तरीके नाल चल रहे हैं, हालात दे विच आ, ते एदा मतलब तुसी परमेश्वर दे वल्लों तुहाडी की हो रही आ? परीक्षा हो रही आ। और वो कादे वास्ते हो रही आ? ताकि तुसी उच्चे कीते जाओ, ताकि तुसी होर ब्लैस कीते जाओ। असी इस जगह ते गवाहियां नूं सुनिया सी कि वो बिटिया कह रही सी कि ओदी इच्छा सी कि मैनूं 6.5 बैंड मिल जाण, 7, लेकिन परमेश्वर ने कुछ टाइम ओनू इस तरह ही रखिया कि मैनू छड्डदी आ जां मेरे पिछे चलदी आ। और जदों पिछे ही चलना नहीं छड्डिया, तो आज तुसी गवाही नूं सुनिया है, 8.5 बैंड दे नाल प्रभु ने ब्लैस कीता है। बहुत वड्डी ब्लैसिंग है ओहदे वास्ते। लेकिन जदों ही असीं इस वचन नूं सुनांगे तो अंदरों अंदर शैतान सानू कमजोर करेगा। अगर असीं प्रभु दे पिछे चलांगे असीं सताए जावांगे, लेकिन अगर असीं प्रभु दे पिछे चलांगे फिर सताए जावांगे, तो ਉਹ ਸਤਾਉਣਾ ਸਾਡੀ ਖੁਸ਼ੀ ਦੇ ਵਿੱਚ ਤਬਦੀਲ ਹੋ ਜਾਏਗਾ ਇੱਕ ਦਿਨ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅਗਰ ਅਸੀਂ ਪਰਮੇਸ਼ਰ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਨਾਲ ਚੱਲਾਂਗੇ, ਪਰਮੇਸ਼ਰ ਦੇ ਪਿੱਛੇ ਨਹੀਂ ਚੱਲਾਂਗੇ, ਆਪਣੀ ਮਰਜ਼ੀ ਦੇ ਨਾਲ ਚੱਲਾਂਗੇ, ਆਪਣੀ ਮਰਜ਼ੀ ਦੇ ਨਾਲ ਆਵਾਂਗੇ ਜਾਵਾਂਗੇ, ਫਿਰ ਜਿਹੜਾ ਸਾਡਾ ਸਤਾਉਣਾ ਸ਼ੈਤਾਨ ਦੇ ਵੱਲੋਂ ਹੋਏਗਾ ਉਹ ਤੁਹਾਨੂੰ ਕਦੀ ਨਹੀਂ ਉੱਠਣ ਦੇਗਾ। ਬਾਈਬਲ ਦੱਸਦੀ ਆ। ਹਾਲੇਲੂਇਆ। ਅਸੀਂ ਇੱਕ ਵਚਨ ਪੜਾਂਗੇ ਮੱਤੀ 3:16। ਕਿੰਨੇ ਲੋਕ ਇਹਨਾਂ ਦਿਨਾਂ 'ਚ ਪ੍ਰੀਖਿਆ ਦੇ ਵਿੱਚ ਨੇ? ਪ੍ਰੀਖਿਆ ਕਿੰਨੇ ਲੋਕਾਂ ਦੇ ਉੱਤੇ ਆ? ਅਸੀਂ ਚੈੱਕ ਕਰਾਂਗੇ ਕਿ ਉਹ ਪ੍ਰੀਖਿਆ ਕਿਹਦੇ ਵੱਲੋਂ ਆ। ਅਗਰ ਉਹ ਪ੍ਰੀਖਿਆ ਪਰਮੇਸ਼ਵਰ ਦੇ ਵੱਲੋਂ ਆ ਤੇ ਫਿਰ ਖੁਸ਼ ਹੋਣ ਦੀ ਜ਼ਰੂਰਤ ਆ, ਰੋਣ ਦੀ ਨਹੀਂ। ਅਗਰ ਉਹ ਸ਼ੈਤਾਨ ਦੇ ਵੱਲੋਂ ਆ ਤਾਂ ਫਿਰ ਤੁਹਾਨੂੰ ਆਪਣੇ ਮਨ ਬਦਲਣ ਦੀ ਜ਼ਰੂਰਤ ਆ। ਬਾਈਬਲ ਦੱਸਦੀ ਆ, ਪੜੋ ਜਲਦੀ। ਮੱਤੀ 3। ਅਤੇ ਜਾਂ ਯੀਸ਼ੂ ਬਪਤਿਸਮਾ ਲੈ ਚੁੱਕਿਆ ਤਾਂ ਝਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ ਆਕਾਸ਼ ਉਸ ਦੇ ਲਈ ਖੁੱਲ ਗਿਆ ਅਤੇ ਉਸ ਨੇ ਪਰਮੇਸ਼ਰ ਦਾ ਆਤਮਾ ਕਬੂਤਰ ਵਾਂਗ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਤੇ ਵੇਖੋ ਇੱਕ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਹਾਲੇਲੂਇਆ। ਹਾਲੇਲੂਇਆ। ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ, ਜਦੋਂ ਯਿਸੂ ਮਸੀਹ ਪਾਣੀ ਤੋਂ ਬਾਹਰ ਆਏ, ਤਾਂ ਬਾਈਬਲ ਦੱਸਦੀ ਆਕਾਸ਼ ਖੁੱਲ ਗਿਆ। और आकाश तो की आवाज आई कि मेरा प्यारा पुत्र आ, ये मेरा की आ? प्यारा पुत्र आ। अगे लिखिया, बाइबल दे अगे लिखिया कि शैतान परमेश्वर दा आत्मा फिर यीशु मसीह नू परताउण दे वास्ते किथे लै गया? जंगलां दे विच लै गया। कौन लै गया? परमेश्वर दा आत्मा। पहला परमेश्वर बोल रही है कि मेरा प्यारा पुत्र आ। हुण प्यारे पुत्र दी की होण जा रही आ? ਪ੍ਰੀਖਿਆ ਹੋਣ ਜਾ ਰਹੀ ਆ। ਤੁਸੀਂ ਵੀ ਪਰਮੇਸ਼ਰ ਦੇ ਪਿਆਰੇ ਪੁੱਤਰ ਹੋ, ਤੁਹਾਡੀ ਵੀ ਪ੍ਰੀਖਿਆ ਹੋ ਸਕਦੀ ਆ। ਲੇਕਿਨ ਜਦੋਂ ਤੁਹਾਡੀ ਪ੍ਰੀਖਿਆ ਹੋਵੇ ਉਦੋਂ ਤੁਸੀਂ ਉਸ ਪ੍ਰੀਖਿਆ ਦੇ ਵਿੱਚ ਕਿਵੇਂ ਖੜੇ ਰਹਿਣਾ ਹੈ। ਅੱਜ ਦਾ ਟੌਪਿਕ ਅਸੀਂ ਇਹਦੇ ਵਿੱਚ ਇਹੀ ਸਿੱਖਾਂਗੇ ਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਪ੍ਰੀਖਿਆ ਦੇ ਵਿੱਚ ਅਸੀਂ ਕਿਵੇਂ ਖੜੇ ਰਹਿਣਾ ਹੈ। ਅਸੀਂ ਆਪਣੇ ਮਨ ਦੇ ਅੰਦਰ ਉਦੋਂ ਕਿੱਦਾਂ ਦੇ ਵਿਚਾਰ ਰੱਖਣੇ ਨੇ। ਅਸੀਂ ਪੜਾਂਗੇ ਮੱਤੀ 4 ਉਹਦੀ 3 ਐਤ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਕਹਾ
ਕੋਲ ਆਣ ਕੇ ਉਸ ਨੂੰ ਕਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ, ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਸਨੇ ਉੱਤਰ ਦਿੱਤਾ, ਲਿਖਿਆ ਹੈ ਕਿ ਇਨਸਾਨ ਨਿਰੀ ਰੋਟੀ ਨਾਲ ਹੀ ਨਹੀਂ ਜਿਉਂਦਾ ਰਹੇਗਾ, ਪਰ ਹਰ ਇੱਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। ਹਾਲੇਲੂਇਆ। ਹਾਲੇਲੂਇਆ। 2-4 ਹਫ਼ਤੇ ਪਹਿਲਾਂ ਆਕਾਸ਼ ਖੁੱਲ ਗਿਆ ਔਰ ਆਕਾਸ਼ ਤੋਂ ਇੱਕ ਆਵਾਜ਼ ਆਈ ਕਿ ਮੇਰਾ ਪਿਆਰਾ ਪੁੱਤਰ ਆ। ਔਰ 2-4 ਹਫ਼ਤੇ ਬਾਅਦ ਹੀ ਸ਼ੈਤਾਨ ਕੀ ਕਹਿ ਰਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਆ ਤਾਂ ਇਹਨਾਂ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ। ਜੇ ਤੂੰ, ਮਤਲਬ ਕਿ ਸ਼ੈਤਾਨ ਇਹ ਚੀਜ਼ ਪ੍ਰਭੂ ਯਿਸੂ ਮਸੀਹ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੂੰ ਪਰਮੇਸ਼ਰ ਦਾ ਪੁੱਤਰ ਨਹੀਂ ਆ। ਔਰ ਯਿਸੂ ਮਸੀਹ ਵੀ ਇਸ ਚੀਜ਼ ਨੂੰ ਸਵੀਕਾਰ ਕਰ ਲੈਣ। ਸ਼ੈਤਾਨ ਚਾਹੁੰਦਾ ਸੀ। ਅੱਜ ਤੁਹਾਡੇ ਕੋਲ ਆ ਕੇ ਵੀ ਉਹ ਕਹਿ ਸਕਦਾ ਇਸ ਤਰ੍ਹਾਂ ਕਿ ਪਰਮੇਸ਼ਰ ਨੇ ਤੇ ਕਿਹਾ, ਮੈਂ ਤੇਰੇ ਅੰਗ ਸੰਗ ਹਾਂ, ਮੈਂ ਤੈਨੂੰ ਕਦੀ ਨਹੀਂ ਛੱਡਾਂਗਾ, ਮੈਂ ਹਮੇਸ਼ਾ ਤੇਰੇ ਨਾਲ ਰਵਾਂਗਾ। ਲੇਕਿਨ ਹੁਣ ਤਾਂ ਤੂੰ ਇੰਨੇ ਵੱਡੇ ਹਾਲਾਤ ਦੇ ਵਿੱਚ ਆ, ਹੁਣ ਕਿੱਥੇ ਆ ਪਰਮੇਸ਼ਵਰ? ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਸਾਡੇ ਉੱਤੇ ਪ੍ਰੀਖਿਆ ਹੋਏਗੀ, ਪਰਮੇਸ਼ਰ ਦੇ ਦੂਤ ਵੀ ਪਿੱਛੇ ਹਟ ਜਾਣਗੇ, ਪਰਮੇਸ਼ਰ ਦਾ ਆਤਮਾ ਪਿੱਛੇ ਹਟ ਜਾਏਗਾ ਸਾਡੇ ਤੋਂ, ਪਰਮੇਸ਼ਰ ਦਾ ਹੱਥ ਸਾਡੇ ਤੋਂ ਉੱਠ ਜਾਏਗਾ। ਬਾਈਬਲ ਦੇ ਅੰਦਰ ਲਿਖਿਆ, ਜਦੋਂ ਅਯੂਬ ਦੀ ਪ੍ਰੀਖਿਆ ਹੋਣੀ ਸੀ तो शैतान ने परमेश्वर ਨੂੰ ਕੀ ਕਿਹਾ, ਪਰਮੇਸ਼ਰ ਤੂੰ ਆਪਣਾ ਹੱਥ ਅਯੂਬ ਤੋਂ ਪਿੱਛੇ ਕਰ तो मैं ਉਹਦੀ ਪ੍ਰੀਖਿਆ ਲਵਾਂਗਾ। ਔਰ ਜਦੋਂ ਪਰਮੇਸ਼ਰ ਦਾ ਹੱਥ ਸਾਡੇ ਤੋਂ ਪਿੱਛੇ ਹੋ ਗਿਆ, ਪਰਮੇਸ਼ਰ ਦੇ ਦੂਤ ਸਾਨੂੰ ਬਚਾਉਣਗੇ ਨਹੀਂ ਜਦੋਂ ਅਸੀਂ ਪ੍ਰੀਖਿਆ 'ਚ ਹੋਵਾਂਗੇ। ਉਹਨਾਂ ਦਿਨਾਂ ਦੇ ਵਿੱਚ ਅਸੀਂ ਕੀ ਸੋਚਦੇ ਹਾਂ, ਉਹਨਾਂ ਦਿਨਾਂ ਦੇ ਵਿੱਚ ਅਸੀਂ ਕੀ ਮਹਿਸੂਸ ਕਰਦੇ ਹਾਂ? ਅਸੀਂ ਪਰਮੇਸ਼ਰ ਨੂੰ ਗਾਲਾਂ ਕੱਢਦੇ ਹਾਂ ਜਾਂ ਅਸੀਂ ਉਦੋਂ ਵੀ ਕਹਿੰਦੇ ਹਾਂ ਕਿ ਨਹੀਂ ਪਰਮੇਸ਼ਰ ਤੂੰ ਮੇਰੇ ਨਾਲ ਆ, ਮੇਰਾ ਵਿਸ਼ਵਾਸ ਹੈ ਕਿ ਤੂੰ ਮੈਨੂੰ ਛੁਡਾਏਗਾ, ਮੇਰਾ ਵਿਸ਼ਵਾਸ ਹੈ ਕਿ ਤੂੰ ਮੈਨੂੰ ਕਦੀ ਇਕੱਲਾ ਨਹੀਂ ਛੱਡੇਗਾ। ਅਗਰ ਉਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਵਚਨ ਬੋਲਦੇ ਹੋ ਤਾਂ ਇਹਦਾ ਮਤਲਬ ਤੁਸੀਂ ਸ਼ੈਤਾਨ ਨੂੰ ਜਵਾਬ ਦਿੰਦੇ ਹੋ, ਤੋ ਜਾਏਗਾ ਤੁਹਾਡੀ ਲਾਈਫ ਨੂੰ ਛੱਡ ਕੇ। ਅੱਗੇ ਫਿਰ ਸ਼ੈਤਾਨ ਉਸ ਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਂਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਸ ਨੂੰ ਕਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਯਿਸੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਹਾਲੇਲੂਇਆ। ਜਦੋਂ ਸ਼ੈਤਾਨ ਨੇ ਕਿਹਾ ਕਿ ਨਾ ਪੱਥਰਾਂ ਨੂੰ ਕਿਹਾ ਰੋਟੀਆਂ ਬਣ ਜਾਣ, ਤਾਂ ਯਿਸੂ ਮਸੀਹ ਨੇ ਕੀ ਕਿਹਾ? ਯਿਸੂ ਮਸੀਹ ਨੇ ਨਹੀਂ ਕਿਹਾ ਠੀਕ ਹੈ ਮੈਂ ਹੁਣੇ ਕਹਿਣਾ ਹੈ, ਮੈਂ ਹੁਣੇ ਕਹਿਣਾ ਹੈ। ਅਗਰ ਯਿਸੂ ਮਸੀਹ ਇਸ ਤਰ੍ਹਾਂ ਕਰਦੇ ਤੇ ਇਹਦਾ ਮਤਲਬ ਯਿਸੂ ਮਸੀਹ ਕਿਹਦਾ ਕਹਿਣਾ ਮੰਨ ਰਹੇ ਸੀ? ਸ਼ੈਤਾਨ ਦਾ। ਲੇਕਿਨ ਪ੍ਰਭੂ ਨੇ ਉਲਟਾ ਉਹਨੂੰ ਵਚਨ ਚੋਂ ਹੀ ਜਵਾਬ ਦਿੱਤਾ ਕਿ ਇਨਸਾਨ ਕੱਲਾ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ ਰਹਿੰਦਾ। ਇਨਸਾਨ ਕਾਹਦੇ ਨਾਲ ਜਿਉਂਦਾ ਰਹਿੰਦਾ ਹੈ? ਪਰਮੇਸ਼ਰ ਦੇ ਵਚਨ ਦੇ ਦੁਆਰਾ। ਅੱਗੇ ਉਹ ਕੀ ਕਰਦਾ ਹੈ? ਅੱਗੇ ਉਹਨੂੰ ਉੱਚੀ ਜਗ੍ਹਾ ਤੇ ਲੈ ਜਾਂਦਾ ਹੈ, ਕਹਿੰਦਾ ਹੁਣ ਤੂੰ ਇੱਥੋਂ ਛਾਲ ਮਾਰ, ਦੇਖੀ ਪਰਮੇਸ਼ਰ ਦੇ ਦੂਤ, ਬਾਈਬਲ ਦੇ ਅੰਦਰ ਲਿਖਿਆ ਪਰਮੇਸ਼ਰ ਦੇ ਦੂਤ ਤੈਨੂੰ ਬਚਾਉਣਗੇ। तो यीशु मसीह ने क्या कि नहीं, बाइबल दे अंदर लिखा है कि तू अपने परमेश्वर नू ना परताई। किसी वेले इस तरह होएगा तुहाडे नाल, तुहाडे पड़ोसी दे द्वारा, तुहाडे रिश्तेदारां दे द्वारा आके लोग तुहानू कहणगे, शैतान तुहानू कहेगा कि जे तुसी प्रभु यीशु मसीह नू मानदे जे फिर इस तरह करके विखाओ। तुसी ओहदा कहना नहीं मनना, तुसी बने रहना उस परीक्षा दे विच और परमेश्वर दा धन्नवाद करदे रहना है। परमेश्वर जदों उस परीक्षा चों तुहानू बाहर कड्डेगा तो सब तो पहला ओही लोग शर्मिंदा कीते जाणगे जिहड़े तुहानू सवाल करदे होणगे इस तरह दे। ਅੱਗੇ ਫਿਰ ਸ਼ੈਤਾਨ ਉਸ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲਾਲ ਉਸ ਨੂੰ ਵਿਖਾਇਆ ਅਤੇ ਉਸ ਨੂੰ ਕਹਾ, ਜੇ ਤੂੰ ਨਿਆਓ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦਿਆਂਗਾ। ਤਦ ਯਿਸੂ ਨੇ ਉਸ ਨੂੰ ਕਹਾ, ਹੈ ਸ਼ੈਤਾਨ ਚਲਿਆ ਜਾ, ਕਿਉਂ ਜੋ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਫਿਰ ਸ਼ੈਤਾਨ ਨੇ ਕੀ ਕੀਤਾ? ਯਿਸੂ ਮਸੀਹ ਨੂੰ ਕਹਿ ਰਿਹਾ ਝੁਕ ਕੇ ਮੈਨੂੰ ਮੱਥਾ ਟੇਕ ਔਰ ਮੈਂ ਤੈਨੂੰ ਦੁਨੀਆ ਦੀ ਹਰ ਇੱਕ ਆਸ਼ੀਸ਼ ਦੇਵਾਂਗਾ। ਇੱਥੋਂ ਸਾਨੂੰ ਕਲੀਅਰ ਹੋ ਗਿਆ ਕਿ ਸ਼ੈਤਾਨ ਵੀ ਸਾਨੂੰ ਆਸ਼ੀਸ਼ ਦੇ ਸਕਦਾ ਹੈ। ਕਿੰਨਿਆਂ ਨੂੰ ਚਾਹੀਦੀ ਆ? ਸ਼ੈਤਾਨ ਦੇ ਕੋਲੋਂ ਆਸ਼ੀਸ਼ ਕਿੰਨਿਆਂ ਨੂੰ ਚਾਹੀਦੀ ਆ? ਸ਼ੈਤਾਨ ਤੁਹਾਨੂੰ ਪੈਸੇ ਦੇ ਸਕਦਾ ਹੈ, ਗੱਡੀਆਂ ਦੇ ਸਕਦਾ ਹੈ, ਬੱਚੇ ਦੇ ਸਕਦਾ ਹੈ, ਜੋ ਤੁਹਾਡੀ ਜ਼ਰੂਰਤ ਹੋ ਸਭ ਕੁਝ ਹੈਗਾ ਹੈ ਉਹਦੇ ਕੋਲ, ਸਭ ਕੁਝ ਹੈਗਾ ਹੈ। ਕਿਉਂਕਿ ਇਸ ਵਚਨ ਤੋਂ ਸਾਨੂੰ ਕਲੀਅਰ ਹੋ ਗਿਆ, ਉਹ ਕਹਿੰਦਾ ਮੈਂ ਤੈਨੂੰ ਸਭ ਕੁਝ ਦੇਵਾਂਗਾ, ਤੂੰ ਝੁਕ ਕੇ ਮੈਨੂੰ ਕੀ ਕਰਦੇ? ਮੱਥਾ ਟੇਕ ਦੇ। ਲੇਕਿਨ ਯਿਸੂ ਮਸੀਹ ਕੀ ਕਹਿ ਰਹੇ ਅੱਗਿਓਂ?
ਯਿਸੂ ਮਸੀਹ ਕਹਿ ਰਹੇ ਨਹੀਂ, ਵਚਨ ਦੇ ਅੰਦਰ ਲਿਖਿਆ ਕਿ ਤੂੰ ਸਿਰਫ ਔਰ ਸਿਰਫ ਆਪਣੇ ਪਰਮੇਸ਼ਵਰ ਦੇ ਅੱਗੇ ਹੀ ਝੁਕਣਾ ਹੈ, ਸਿਰਫ ਉਸੇ ਇੱਕ ਦੀ ਹੀ ਸੇਵਾ ਤੇ ਉਪਾਸਨਾ ਕਰਨੀ ਆ ਤੂੰ। ਤੋ ਕੀ ਜਵਾਬ ਦਿੱਤਾ ਸ਼ੈਤਾਨ ਨੂੰ? ਵਚਨ ਦੇ ਅੰਦਰੋਂ ਜਵਾਬ ਦਿੱਤਾ। ਅੱਜ ਇੱਕ ਵਿਸ਼ਵਾਸੀ ਨੂੰ ਕੋਈ ਆ ਕੇ ਕਵੇ ਕਿ ਆ ਜਾ, ਮੈਂ ਤੈਨੂੰ ਇੱਕ ਐਸੇ ਬਾਬੇ ਦੇ ਕੋਲ ਲੈ ਕੇ ਜਾਣਾ ਜਿਹੜਾ ਉਹਦੇ ਦੁਆਰਾ ਜਦੋਂ ਤੂੰ ਆਪਣੇ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਏਂਗੀ, ਦੇਖੀ ਕਿੱਦਾਂ ਰਸਤੇ ਖੁੱਲਦੇ ਆ। ਤੇ ਇੱਕ ਜਿਹੜਾ ਆਮ ਵਿਸ਼ਵਾਸੀ ਆ, ਜਿਹੜਾ ਪ੍ਰੀਖਿਆ ਦੇ ਵਿੱਚ ਖੜਾ ਨਹੀਂ ਰਹਿ ਸਕਦਾ 4 ਦਿਨ, ਉਹ ਦੌੜਾ ਦੌੜਾ ਜਾਏਗਾ। ਉਹ ਕਹੇਗਾ ਸਾਡੇ ਰਸਤੇ ਸਿੱਧੇ ਹੋਣੇ ਚਾਹੀਦੇ ਆ, ਬਸ ਸਾਡੇ ਰਸਤੇ ਸਿੱਧੇ ਹੋਣੇ ਚਾਹੀਦੇ ਆ, ਬਾਕੀ ਕੋਈ ਗੱਲ ਨਹੀਂ, ਬਾਅਦ ਵਿੱਚ ਦੇਖੀ ਜਾਊਗੀ। ਅੱਗੇ ਲਿਖਿਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਜਵਾਬ ਦਿੱਤਾ ਤਾਂ ਸ਼ੈਤਾਨ ਉੱਥੋਂ ਦੌੜ ਗਿਆ ਔਰ ਪਰਮੇਸ਼ਰ ਦੇ ਸਵਰਗੀ ਦੂਤ ਆ ਕੇ ਪ੍ਰਭੂ ਯਿਸੂ ਮਸੀਹ ਦੀ ਸੇਵਾ ਟਹਿਲ ਕਰਨ ਲੱਗ ਪਏ। ਜਦੋਂ ਤੁਸੀਂ ਪ੍ਰੀਖਿਆ 'ਚ ਖੜੇ ਰਹੋਗੇ, ਪ੍ਰੀਖਿਆ ਦੇ ਵਿੱਚ ਪਰਮੇਸ਼ਰ ਦੇ ਨਾਲ ਚੱਲਦੇ ਰਹੋਗੇ, ਇੱਕ ਦਿਨ ਆਏਗਾ ਪ੍ਰੀਖਿਆ ਦਾ ਟਾਈਮ ਖਤਮ ਹੋ ਜਾਏਗਾ। ਇਹ ਨਹੀਂ ਕਿ ਉਹ ਚੱਲਦੀ ਹੀ ਰਹੇਗੀ, ਇਹ ਨਹੀਂ ਕਿ ਤੁਸੀਂ ਦੁੱਖ ਸਹਿੰਦੇ ਹੀ ਰਹੋਗੇ, ਪਰਮੇਸ਼ਰ ਦੇਖਦਾ ਹੀ ਜਾਏਗਾ। ਇੱਕ ਦਿਨ ਉਹ ਪ੍ਰੀਖਿਆ ਖਤਮ ਹੋ ਜਾਏਗੀ ਔਰ ਜੇ ਤੁਸੀਂ ਸਿੱਧ ਹੋਏ, ਅਗਰ ਤੁਸੀਂ ਸਹੀ ਹੋਏ, ਪ੍ਰੀਖਿਆ ਦੇ ਵਿੱਚ ਵੀ ਪਰਮੇਸ਼ਰ ਦਾ ਥੈਂਕਸ ਕਰਨ ਵਾਲੇ ਹੋਏ, ਤਾਂ ਜਦੋਂ ਪ੍ਰੀਖਿਆ ਦਾ ਐਂਡ ਹੋਏਗਾ ਤਾਂ ਪਰਮੇਸ਼ਰ ਤੁਹਾਨੂੰ ਦੂਤ ਦੇਗਾ ਯਿਸੂ ਮਸੀਹ ਦੇ ਸਮਰਥੀ ਨਾਮ 'ਚ, ਜੋ ਤੁਹਾਡੇ ਰਸਤਿਆਂ ਨੂੰ ਖੋਲਣਗੇ, ਜੋ ਤੁਹਾਡੀ ਹੈਲਪ ਕਰਨਗੇ। ਲਿਖਿਆ ਫਿਰ ਦੂਤ ਆਏ। ਕਦੋਂ ਆਏ? ਪ੍ਰੀਖਿਆ ਤੋਂ ਬਾਅਦ। ਜਦੋਂ ਯਿਸੂ ਮਸੀਹ ਬਪਤਿਸਮਾ ਲੈ ਕੇ ਬਾਹਰ ਨਿਕਲੇ ਸੀ, ਆਕਾਸ਼ਵਾਣੀ ਹੋਈ ਕਿ ਮੇਰਾ ਪ੍ਰਿਯ ਪੁੱਤਰ ਆ, ਮੈਂ ਇਹਦੇ ਤੋਂ ਖੁਸ਼ ਹਾਂ। ਖੁਸ਼ ਤੋਂ ਫਿਰ ਪਰਮੇਸ਼ਰ ਪਹਿਲਾਂ ਹੀ ਸੀ ਯਿਸੂ ਮਸੀਹ ਤੋਂ, ਉਸੇ ਵੇਲੇ ਕਿਉਂ ਨਹੀਂ ਦੂਤ ਦਿੱਤੇ? ਖੁਸ਼ ਤਾਂ ਪ੍ਰਭੂ ਪਹਿਲਾਂ ਹੀ ਸੀ, ਫਿਰ ਉਸੇ ਵੇਲੇ ਦੂਤ ਭੇਜ ਦੇਣੇ ਚਾਹੀਦੇ ਸੀ ਨਾ। ਜਦੋਂ ਯਿਸੂ ਮਸੀਹ ਪਾਣੀ ਚੋਂ ਬਾਹਰ ਆਏ ਸੀ ਤਾਂ ਉੱਥੇ ਦੂਤ ਹੋਣੇ ਚਾਹੀਦੇ ਸੀ, ਲੇਕਿਨ ਪ੍ਰੀਖਿਆ ਤੋਂ ਬਾਅਦ ਦੂਤ ਮਿਲੇ। ਪ੍ਰੀਖਿਆ ਤੋਂ ਬਾਅਦ ਤੁਹਾਨੂੰ ਸਭ ਕੁਝ ਮਿਲੇਗਾ। ਅਗਰ ਪ੍ਰੀਖਿਆ 'ਚ ਤੁਸੀਂ ਖੜੇ ਰਹੇ ਤਾਂ ਤੁਹਾਨੂੰ ਸਭ ਕੁਝ ਮਿਲੇਗਾ ਯਿਸੂ ਮਸੀਹ ਦੇ ਸਮਰਥੀ ਨਾਮ 'ਚ। ਬਾਈਬਲ 'ਚ ਲਿਖਿਆ ਉਹ ਪਹਿਲਾਂ ਵੀ ਪਰਮੇਸ਼ਰ ਨੂੰ ਪਿਆਰਾ ਸੀ, ਪਹਿਲਾਂ ਵੀ ਉਹ ਪਰਮੇਸ਼ਰ ਦਾ ਬੇਟਾ ਸੀ, ਲੇਕਿਨ ਜਦੋਂ ਪ੍ਰੀਖਿਆ ਹੋਈ, ਪ੍ਰੀਖਿਆ ਤੋਂ ਸਿੱਧ ਨਿਕਲਿਆ, ਸਹੀ ਨਿਕਲਿਆ, ਤਾਂ ਉਸ ਤੋਂ ਬਾਅਦ ਪਰਮੇਸ਼ਰ ਨੇ ਉਹਨੂੰ ਕੀ ਦਿੱਤਾ? ਆਪਣੇ ਦੂਤ ਦਿੱਤੇ, ਜਿਹੜੇ ਪ੍ਰਭੂ ਯਿਸੂ ਮਸੀਹ ਦੇ ਨਾਲ ਨਾਲ ਚੱਲਦੇ ਸੀ, ਜਿਹੜੇ ਪ੍ਰਭੂ ਯਿਸੂ ਮਸੀਹ ਦੇ ਨਾਲ ਨਾਲ ਰਹਿੰਦੇ ਸੀ। ਹਾਲੇਲੂਇਆ। ਅਗਰ ਤੁਹਾਨੂੰ ਪਤਾ ਚੱਲ ਗਿਆ ਕਿ ਤੁਹਾਡੀ ਪ੍ਰੀਖਿਆ ਚੱਲ ਰਹੀ ਆ, ਜਾਂ ਫਿਰ ਪਰਮੇਸ਼ਰ ਤੁਹਾਨੂੰ ਦੱਸ ਦੇ ਕਿ ਹਾਂ ਮੈਂ ਤੇਰੀ ਪ੍ਰੀਖਿਆ 6 ਮਹੀਨੇ ਲਵਾਂਗਾ, ਤੇ ਤੁਸੀਂ ਤਾਂ ਔਖੇ ਸੌਖੇ ਹੋ ਕੇ ਟਾਈਮ ਕੱਢ ਹੀ ਲਓਗੇ। 6 ਮਹੀਨੇ ਕੱਢੋਗੇ ਕਿ ਨਹੀਂ? ਪ੍ਰੀਖਿਆ ਦਾ ਕੋਈ ਟਾਈਮ ਨਹੀਂ ਆ, ਉਹ ਸਾਲੋਂ ਸਾਲ ਚੱਲ ਸਕਦੀ ਆ, ਹੋ ਸਕਦਾ 2 ਦਿਨ ਦੀ ਵੀ ਹੋਵੇ। ਅਗਰ ਪਰਮੇਸ਼ਰ ਨੇ ਤੁਹਾਨੂੰ ਟਾਈਮ ਹੀ ਦੱਸ ਦਿੱਤਾ ਕਿ ਆਹ ਦਿਨ ਤੇਰੇ ਇੰਨਾ ਚਿਰ ਬੁਰੇ ਚੱਲਣਗੇ ਕਿਉਂਕਿ ਮੈਂ ਤੈਨੂੰ ਪਰਖ ਰਿਹਾ ਹਾਂ, ਤਾਂ ਤੁਸੀਂ ਉਹਨਾਂ ਦਿਨਾਂ 'ਚ ਬੜੇ ਵਧੀਆ ਸਹੀ ਰਹੋਗੇ, ਪਾਪ ਨਹੀਂ ਕਰੋਗੇ। ਇਸੇ ਲਈ ਪਰਮੇਸ਼ਰ ਸਾਨੂੰ ਦੱਸਦੇ ਨਹੀਂ ਆ। ਕੁਝ ਟਾਈਮ ਇਦਾਂ ਦਾ ਹੁੰਦਾ ਜਦੋਂ ਸਾਨੂੰ ਬਿਲਕੁਲ ਇਹ ਮਹਿਸੂਸ ਹੁੰਦਾ ਹੈ ਕਿ ਦੂਰ ਦੂਰ ਤੱਕ ਪਰਮੇਸ਼ਰ ਮੇਰੇ ਨਾਲ ਨਹੀਂ ਆ। ਜਦੋਂ ਤੁਹਾਡੀ ਪ੍ਰੀਖਿਆ ਦਾ ਟਾਈਮ ਹੋਏਗਾ, ਜਿਹੜੇ ਦੂਤ ਪਰਮੇਸ਼ਰ ਨੇ ਤੁਹਾਨੂੰ ਦਿੱਤੇ ਹੋਣਗੇ ਉਹ ਵੀ ਤੁਹਾਨੂੰ ਨਹੀਂ ਬਚਾਉਣਗੇ ਉਹਨਾਂ ਦਿਨਾਂ ਦੇ ਵਿੱਚ। ਲੇਕਿਨ ਜਦੋਂ ਹੀ ਤੁਸੀਂ ਪ੍ਰੀਖਿਆ 'ਚ ਵੀ ਪਰਮੇਸ਼ਰ ਦਾ ਥੈਂਕਸ ਕਰਦੇ ਗਏ ਤਾਂ ਪਰਮੇਸ਼ਰ ਉਸ ਟਾਈਮ ਨੂੰ ਇੱਕ ਦਿਨ ਖਤਮ ਕਰੇਗਾ ਔਰ ਤੁਹਾਨੂੰ ਡਬਲ ਗ੍ਰੇਸ ਦੇ ਨਾਲ ਬਲੈਸ ਕਰੇਗਾ ਯਿਸੂ ਮਸੀਹ ਦੇ ਨਾਮ 'ਚ। ਪਰ ਅਸੀਂ ਚੈੱਕ ਕਰਾਂਗੇ, ਇਹ ਨਹੀਂ ਕਿ ਪ੍ਰੀਖਿਆ ਤੁਹਾਡੇ ਉੱਤੇ ਪਾਪ ਦੇ ਕਾਰਨ ਆਈ ਹੋਵੇ ਤਾਂ ਤੁਸੀਂ ਕਹੀ ਜਾਓਗੇ ਮੈਂ ਸਿੱਧ ਚੱਲਣ ਵਾਲਾ ਇਨਸਾਨ ਆ, ਦੇਖ ਲਓ ਇਸੇ ਕਰਕੇ ਮੇਰੇ ਉੱਤੇ ਪ੍ਰੀਖਿਆ ਵਾ। ਪ੍ਰੀਖਿਆ ਭਾਵੇਂ ਤੁਹਾਡਾ ਕੋਈ ਪਾਪ ਹੋਵੇ, ਉਹਦੇ ਕਾਰਨ ਆਈ ਹੋਵੇ, ਲੇਕਿਨ ਤੁਸੀਂ ਆਪਣੇ ਆਪ 'ਚ ਇਸ ਵਚਨ ਨੂੰ ਬੋਲ ਬੋਲ ਕੇ ਪਰਮੇਸ਼ਰ ਇਹ ਪ੍ਰੀਖਿਆ ਤੇਰੇ ਵੱਲੋਂ ਆ, ਮੈਨੂੰ ਪਤਾ ਇਸ ਤੋਂ ਬਾਅਦ ਤੂੰ ਮੈਨੂੰ ਬੜਾ ਉੱਚਾ ਕਰੇਗਾ, ਨਹੀਂ ਹੋ ਸਕਦਾ। ਤੁਸੀਂ ਜਾਣਦੇ ਹੋ ਕਿ ਅੱਜ ਤੁਸੀਂ ਪਰਮੇਸ਼ਰ ਦੇ ਨਾਲ ਸਹੀ ਹੋ। ਅਗਰ ਤੁਸੀਂ ਸਹੀ ਹੋ ਲੇਕਿਨ ਫਿਰ ਵੀ ਤੁਹਾਡੇ ਕੋਲ ਆਸ਼ੀਸ਼ ਨਹੀਂ ਆ ਤਾਂ ਤੁਹਾਨੂੰ ਮਿਲੇਗੀ ਔਰ ਅਲੱਗ ਮਿਲੇਗੀ ਦੁਨੀਆ ਦੇ ਨਾਲੋਂ। ਯਿਸੂ ਮਸੀਹ ਦੇ ਨਾਮ 'ਚੋਂ ਅਲੱਗ ਮਿਲੇਗੀ ਔਰ ਨਜ਼ਰ ਵੀ ਆਏਗੀ ਲੋਕਾਂ ਨੂੰ। ਹੁਣ ਅਬਰਾਹਮ ਦੇ ਉੱਤੇ ਪ੍ਰੀਖਿਆ ਚੱਲ ਰਹੀ ਸੀ ਕਿ ਅਬਰਾਹਮ ਦੇ ਬੱਚਾ ਨਹੀਂ ਸੀ, ਲੇਕਿਨ ਉਹਦੇ ਆਸ-ਪਾਸ ਜਿਹੜੇ ਨੌਕਰ ਚਾਕਰ ਸੀ 300-400 ਉਹ ਸਾਰੇ ਬਲੈਸ ਸੀ। ਉਹਨਾਂ ਦੇ 4-4 5-5 6-6 10-10 ਬੱਚੇ ਸੀ ਉਹਨਾਂ ਦੇ, ਲੇਕਿਨ ਅਬਰਾਹਮ ਦੇ ਇੱਕ ਵੀ ਨਹੀਂ ਸੀ। ਕਿੰਨਿਆਂ ਨੂੰ ਸਮਝ ਆਈ ਆ? ਲੇਕਿਨ ਪਰਮੇਸ਼ਰ ਉਹਨੂੰ ਕੀ ਕਰ ਰਿਹਾ? ਦਰਸ਼ਨ ਦਿੰਦੇ ਆ, ਕਹਿੰਦੇ ਸਿੱਧ ਹੁੰਦਾ ਜਾ, ਸਿੱਧ ਹੁੰਦਾ ਜਾ। तो अब्राहम ਨੂੰ ਅੱਗੇ ਇਹ ਕਹਿਣਾ ਚਾਹੀਦਾ ਸੀ ਕਿ ਪ੍ਰਭੂ ਕੀ ਮੇਰੇ ਆ 300-400 ਨੌਕਰ ਚਾਕਰ ਜਿਹੜੇ 5-5 7-7 ਬੱਚੇ ਲਈ ਫਿਰਦੇ, ਇਹ ਸਿੱਧਾ ਕੀ ਇਹ ਸਹੀ ਆ ਔਰ ਮੈਂ ਗਲਤ ਆ?
ਲੇਕਿਨ ਅਬਰਾਹਮ ਚੱਲਦਾ ਗਿਆ। ਪਰਮੇਸ਼ਰ ਨੇ ਉਹਨੂੰ ਖਾਸ ਦਿੱਤਾ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ, ਔਰ ਤੁਸੀਂ ਵੀ ਖਾਸ ਪਾਓਗੇ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ। ਅਬਰਾਹਮ ਦਾ ਸਵਾਲ ਨਹੀਂ ਸੀ। ਅੱਜ ਸੰਸਾਰ ਦੇ ਵਿੱਚ ਬੱਚੇ ਹੋ ਰਹੇ ਆ, ਉਹਨਾਂ ਦਿਨਾਂ 'ਚ ਵੀ ਹੋ ਰਹੇ ਸੀ। ਅਬਰਾਹਮ ਦੇ ਆਸ-ਪਾਸ ਵੀ ਬੱਚੇ ਸੀ, ਕਾਫੀ ਬੱਚੇ ਖੇਲਦੇ ਸੀ, ਲੇਕਿਨ ਅਬਰਾਹਮ ਦੇ ਬੱਚਾ ਨਹੀਂ ਸੀ। ਲੇਕਿਨ ਪਰਮੇਸ਼ਰ ਉਹਨੂੰ ਕਹਿੰਦੇ ਤੈਨੂੰ ਮੈਂ ਤਦ ਦਊਂਗਾ ਜੇ ਤੂੰ ਸਿੱਧ ਹੋਏਗਾ ਤਾਂ ਅਬਰਾਹਮ ਦੇ ਮਨ ਦਾ ਸਵਾਲ ਹੋ ਸਕਦਾ ਸੀ ਨਾ ਕਿ ਪਰਮੇਸ਼ਰ ਆ ਜਿਹੜੇ ਮੇਰੇ ਨੌਕਰ ਆ ਤਾਂ ਰੋਜ਼ ਗਲਤੀਆਂ ਕਰਦੇ ਨੇ ਮੇਰੇ ਸਾਹਮਣੇ, ਲੇਕਿਨ ਫਿਰ ਵੀ ਇਹਨਾਂ ਦੇ 3-3 4-4 ਬੱਚੇ ਨੇ, ਲੇਕਿਨ ਮੇਰੇ ਬੱਚਾ ਨਹੀਂ ਆ। ਲੇਕਿਨ ਅਬਰਾਹਮ ਜਾਣਦਾ ਸੀ ਕਿ ਅਗਰ ਮੈਨੂੰ ਪਰਮੇਸ਼ਰ ਕਹਿ ਰਿਹਾ ਕਿ ਤੂੰ ਸਿੱਧ ਹੋ, ਤਾਂ ਮੈਨੂੰ ਇਸੇ ਲਈ ਇੰਨਾ ਸਿੱਧ ਕਰ ਰਿਹਾ ਕਿਉਂਕਿ ਮੇਰੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਸਿੱਧ ਕਰੇਗਾ ਆਉਣ ਵਾਲੇ ਦਿਨਾਂ 'ਚ। ਹਾਲੇਲੂਇਆ। ਕਿੰਨੇ ਜਾਣਿਆਂ ਨੂੰ ਸਮਝ ਆਈ ਇਸ ਵਚਨ ਦੀ? ਪ੍ਰੀਖਿਆ ਦਾ ਕੋਈ ਟਾਈਮ ਨਹੀਂ ਆ। ਬੋਲੋ ਆਪਣੇ ਪੜੋਸੀ ਨੂੰ, ਕੋਈ ਟਾਈਮ ਨਹੀਂ ਆ। ਨਹੀਂ ਕਹਿ ਸਕਦੇ ਤੁਸੀਂ ਪ੍ਰਭੂ 6 ਮਹੀਨੇ ਹੋ ਗਏ ਆ, ਪ੍ਰਭੂ 2 ਸਾਲ ਹੋ ਗਏ ਆ, ਪ੍ਰਭੂ 10 ਸਾਲ ਹੋ ਗਏ ਆ। 100 ਸਾਲ ਵੀ ਅਗਰ ਪਰਮੇਸ਼ਰ ਦੇ ਵੱਲੋਂ ਪ੍ਰੀਖਿਆ ਤੋਂ ਅਸੀਂ ਨਹੀਂ ਕਹਿ ਸਕਦੇ। ਜਿੰਨੂੰ ਪਰਮੇਸ਼ਰ ਨੇ ਉੱਚਾ ਕਰਨਾ ਹੈ ਉਹਨੂੰ ਪ੍ਰੀਖਿਆ ਦੇ ਵਿੱਚੋਂ ਦੀ ਨਿਕਲਣਾ ਹੀ ਪਏਗਾ। ਇਹ ਗੱਲ ਲਿਖ ਕੇ ਰੱਖ ਲਓ। ਉੱਚੇ ਹੋਣਾ ਚਾਹੁੰਦੇ ਹੋ? ਬਾਈਬਲ 'ਚ ਲਿਖਿਆ ਜਿੰਨੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ, ਪਰਮੇਸ਼ਰ ਦੇ ਪਿੱਛੇ ਭਗਤੀ ਦੇ ਨਾਲ ਚੱਲਣਾ ਚਾਹੁੰਦੇ ਨੇ, ਮਤਲਬ ਜਿਸ ਤਰ੍ਹਾਂ ਪਰਮੇਸ਼ਰ ਚਾਹੁੰਦੇ ਉਸ ਤਰ੍ਹਾਂ ਚੱਲਣਾ ਚਾਹੁੰਦੇ ਨੇ, ਤਾਂ ਉਹ ਸਤਾਏ ਜਾਣਗੇ। ਕਿਉਂ ਸਤਾਏ ਜਾਣਗੇ? ਉਹਨਾਂ ਦੀ ਪ੍ਰੀਖਿਆ ਹੋਏਗੀ ਕਿਉਂਕਿ ਉਹ ਅੱਛੇ ਮਨ ਨਾਲ ਚੱਲ ਰਹੇ ਨੇ, ਔਰ ਜਦੋਂ ਉਹਨਾਂ ਦੀ ਪ੍ਰੀਖਿਆ ਹੋਏਗੀ ਤਾਂ ਪਰਮੇਸ਼ਰ ਉਹਨਾਂ ਨੂੰ ਬਹੁਤ ਉੱਚਾ ਲੈ ਕੇ ਜਾਏਗਾ ਕਿਉਂਕਿ ਉਹ ਅੱਛੇ ਮਨ ਨਾਲ ਚੱਲ ਰਹੇ ਆ। ਲੇਕਿਨ ਜਿਹੜੇ ਟਾਈਮ ਪਾਸ ਕਰ ਰਹੇ ਆ ਉਹ ਪਰਮੇਸ਼ਰ ਦੀ ਲਿਸਟ ਦੇ ਵਿੱਚ ਨਹੀਂ ਹੈਗੇ। ਉਹ ਕਿਹਦੇ ਵਾਸ 'ਚ ਨੇ? ਆਪਾਂ ਵਚਨ ਪੜਿਆ ਸੀ। ਕਿਹਦੇ ਵਾਸ 'ਚ ਆਓ? ਸ਼ੈਤਾਨ ਦੇ ਵਾਸ 'ਚ ਪਹਿਲਾਂ ਤੋਂ ਹੀ। ਉਹ ਪਹਿਲਾਂ ਤੋਂ ਹੀ ਉਹ ਦੂਸਰੇ ਦੀ ਲਿਸਟ ਦੇ ਵਿੱਚ, ਉਹ ਸਤਾਉਣ ਵਾਲੇ ਦੀ ਲਿਸਟ ਦੇ ਵਿੱਚ ਆ। ਪਰਮੇਸ਼ਰ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰਮੇਸ਼ਰ ਇਸ ਜਗ੍ਹਾ ਤੋਂ ਉਹਨਾਂ ਲੋਕਾਂ ਨਾਲ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਚੱਲਣਾ ਸਿੱਖ ਲਿਆ ਹੈ, ਲੇਕਿਨ ਫਿਰ ਵੀ ਪ੍ਰੀਖਿਆ ਦੇ ਵਿੱਚ ਆ। ਤਾਂ ਪਰਮੇਸ਼ਰ ਕੱਢੇਗਾ ਤੁਹਾਨੂੰ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ। ਆਮੇਨ। ਅਸੀਂ ਇੱਕ ਵਚਨ ਪੜਾਂਗੇ, 1 ਕੁਰਿੰਥੀਅਸ 10:13। ਤੁਹਾਡੇ ਉੱਤੇ ਇਹੋ ਜਿਹਾ ਕੋਈ ਵੀ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਚੱਲਿਆ ਜਾਂਦਾ, ਪਰੰਤੂ ਪਰਮੇਸ਼ਰ ਵਫਾਦਾਰ ਹੈ ਜੋ ਤੁਹਾਡੀ ਸ਼ਕਤੀਆਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ ਕਿ ਤੁਸੀਂ ਚੱਲ ਸਕੋ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਕੀ ਆ? ਵਫਾਦਾਰ। ਪਰਮੇਸ਼ਰ ਮਰਨ ਨਹੀਂ ਦੇਗਾ ਤੁਹਾਨੂੰ। ਅੱਜ ਕਿਸੇ ਵੀ ਪ੍ਰੀਖਿਆ ਦੇ ਵਿੱਚ ਹੋ ਤੁਸੀਂ, ਪਰਮੇਸ਼ਰ ਤੁਹਾਨੂੰ ਮਰਨ ਨਹੀਂ ਦੇਗਾ। ਪਰਮੇਸ਼ਰ ਨੇ ਕਿਹਾ ਕਿ ਮੈਂ ਵਫਾਦਾਰ ਪਰਮੇਸ਼ਰ ਹਾਂ। ਮੈਂ ਐਸੇ ਕਿਸੇ ਹਾਲਾਤ ਦੇ ਵਿੱਚ ਤੁਹਾਨੂੰ ਨਹੀਂ ਜਾਣ ਦਵਾਂਗਾ ਜਿਹਨੂੰ ਤੁਸੀਂ ਸਹਿਣ ਨਾ ਕਰ ਸਕੋ। ਮੈਂ ਮੰਨਦੀ ਹਾਂ ਕਿ ਤੁਸੀਂ ਪ੍ਰੀਖਿਆ 'ਚ ਹੋ ਸਕਦੇ ਹੋ, ਪਰ ਤੁਸੀਂ ਐਸੀ ਪ੍ਰੀਖਿਆ ਦੇ ਵਿੱਚ ਨਹੀਂ ਜਾ ਸਕਦੇ। ਪਰਮੇਸ਼ਰ ਨੇ ਵਾਅਦਾ ਕੀਤਾ ਹੈ ਕਿ ਜਿਹਨੂੰ ਤੁਸੀਂ ਸਹਿਣ ਨਾ ਕਰ ਸਕੋ। ਜਿਸ ਚੀਜ਼ ਨੂੰ ਤੁਸੀਂ ਸਹਿਣ ਕਰ ਸਕਦੇ ਹੋ ਉਹੀ ਪ੍ਰੀਖਿਆ ਲਏਗਾ ਪਰਮੇਸ਼ਰ, ਤੁਹਾਡੀ ਦੂਸਰੀ ਨਹੀਂ ਲਏਗਾ। ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਜਿਹੜੀ ਬਿਮਾਰੀ ਤੁਹਾਡੇ ਉੱਤੇ ਉਹ ਤੁਹਾਨੂੰ ਖਤਮ ਕਰ ਦੇਗੀ। ਨਹੀਂ, ਬਾਈਬਲ 'ਚ ਲਿਖਿਆ ਪਰਮੇਸ਼ਰ ਤੁਹਾਡੀ ਪ੍ਰੀਖਿਆ ਲੈਣ ਤੱਕ, ਐਂਡ ਤੱਕ ਪਰਮੇਸ਼ਰ ਤੁਹਾਨੂੰ ਉਹਦੇ ਚੋਂ ਬਾਹਰ ਕੱਢਣ ਦਾ ਇੱਕ ਉਪਾਅ ਵੀ ਦੇਗਾ, ਇੱਕ ਰਸਤਾ ਵੀ ਪਰਮੇਸ਼ਰ ਤੁਹਾਨੂੰ ਦੱਸੇਗਾ, ਔਰ ਤੁਸੀਂ ਬਾਹਰ ਆਓਗੇ ਉਹਦੇ ਵਿੱਚੋਂ ਯਿਸੂ ਮਸੀਹ ਦੇ ਸਾਮਰਥੀ ਨਾਲ। ਔਰ ਪ੍ਰਭੂ ਤੁਹਾਨੂੰ ਬਲੈਸ ਕਰੇ ਅੱਜ ਦੇ ਵਚਨ ਦੇ ਦੁਆਰਾ। ਆਮੀਨ।